ਸਾਡੇ ਤੁਹਾਡੇ ਵਿੱਚੋਂ ਅਸੀਂ ਬੜਾ ਇੱਕ ਭਰਮ ਭਾਲ ਕੇ ਬੈਠੇ ਹੋਏ ਹਾਂ ਕਿ ਇੱਥੋਂ ਦੇ ਮੂਲ ਵਾਸੀ ਹਾਂ। ਕਿੱਥੋਂ ਦੇ? ਇੰਡੀਆ ਦੇ, ਭਾਰਤ ਦੇ। ਪਰੰਤੂ ਲੇਖਕ ਕੀ ਕਹਿੰਦਾ ਹੈ, ਅਖਬਾਰ ਕੀ ਕਹਿੰਦੀ ਹੈ, ਤੁਹਾਡੀ ਨਜ਼ਰ ਅਖਬਾਰਾਂ ਬੋਲਦੀਆਂ ਸੈਗਮੈਂਟ ਦੇ ਵਿੱਚ। ਮੈਂ ਅਗੇਨ ਬੇਨਤੀ ਕਰਦੇ ਹਾਂ ਕਿ ਇਹ ਸੰਪਾਦਕੀ ਬੋਰਡ ਉਹਨਾਂ ਅਖਬਾਰਾਂ ਦੇ ਵਿੱਚ ਛਾਪਦੇ ਨੇ ਜਿਹੜੀ ਸਰਕਾਰ ਤੋਂ ਇਹਨਾਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ। ਸਰਕਾਰੇ ਦਰਬਾਰੇ ਇਹਨਾਂ ਦੇ ਜਿਹੜੇ ਸੰਪਾਦਕ ਹੁੰਦੇ ਨੇ ਉਹ ਉਹਨਾਂ ਦੀਆਂ ਕੁਰਸੀਆਂ ਉਹਨਾਂ ਦੇ ਨਾਲ ਥਾਣੇਦਾਰ ਦੇ ਬਰਾਬਰ ਰਹਿੰਦੀ ਕੁਰਸੀ ਮੇਰੇ ਵੀਰ ਦੀ, ਪਲੱਸ ਵੱਡੇ ਵੱਡੇ ਸਰਕਾਰੀ ਇਸ਼ਤਿਹਾਰਾਂ ਦੇ ਨਾਲ ਇਹਨਾਂ ਦੇ ਢਿੱਡ ਭਰੇ ਜਾਂਦੇ ਨੇ। ਉਹਨਾਂ ਅਖਬਾਰਾਂ ਦੇ ਵਿੱਚ ਇਹ ਲਿਖੇ ਜਾਂਦੇ ਆਰਟੀਕਲ ਕੁਝ ਮਾਇਨਾ ਰੱਖਦੇ ਹੁੰਦੇ ਹਨ। ਸਾਡੀ 1997 ਤੋਂ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਨਾਲ ਇਹ ਸਾਂਝੇ ਕਰਦੇ ਰਹੀਦਾ ਗਾਹੇ ਬਗਾਏ। ਕਈਆਂ ਨੂੰ ਚੰਗੇ ਲੱਗਦੇ ਨੇ, ਕਈਆਂ ਨੂੰ ਨਹੀਂ ਚੰਗੇ ਲੱਗਦੇ। ਇਹ ਆਪੋ ਆਪਣੀ ਫਿਤਰਤ ਹੈ ਅਤੇ ਇਹ ਇਨਸਾਨੀ ਫਿਤਰਤ ਹੈ। ਜੇ ਸਾਰਿਆਂ ਨੂੰ ਸਾਰਾ ਕੁਝ ਚੰਗਾ ਲੱਗਣ ਲੱਗ ਪਏ ਤਾਂ ਫਿਰ ਸਰਹੱਦਾਂ 'ਤੇ ਫੌਜਾਂ ਦੀ ਲੋੜ ਨਹੀਂ, ਫਿਰ ਮਾਰੂ ਹਥਿਆਰਾਂ ਦੀ ਲੋੜ ਨਹੀਂ। ਫਿਰ ਤਾਂ ਅਸੀਂ ਪਸ਼ੂ ਪੰਛੀਆਂ ਦੇ ਵਾਂਗੂ ਹੋ ਗਏ ਨਾ। ਸਾਰੇ ਰਲ ਮਿਲ ਕੇ ਰਹਿੰਦੇ ਨੇ, ਉਹਨਾਂ ਦੇ ਵਿੱਚ ਵੀ ਖੂੰਖਾਰ ਹੁੰਦੇ ਨੇ। ਸੋ ਇਸ ਕਰਕੇ ਇਹ ਜਿਹੜੀਆਂ ਸਰਹੱਦਾਂ ਨੇ ਸਾਡੀਆਂ ਸੋਚਾਂ ਕਰਕੇ ਹੀ ਬਣੀਆਂ ਹੋਈਆਂ ਨੇ। ਤੁਹਾਡੀ ਨਜ਼ਰ ਕਰ ਲੱਗਾ ਅੱਜ ਦਾ ਆਰਟੀਕਲ, ਮੁੱਢਲੇ ਭਾਰਤੀ ਕੌਣ ਸਨ ਅਤੇ ਕਿੱਥੋਂ ਆਏ। ਅਖਬਾਰ ਪੰਜਾਬੀ ਟ੍ਰਿਬਿਊਨ, ਲੇਖਕ ਨੇ ਮਨਮੋਹਨ ਸਿੰਘ। ਤੁਹਾਡੀ ਨਜ਼ਰ ਅੱਜ ਦੀ ਇਸ ਮਹਿਫਲ ਦੇ ਵਿੱਚ। ਕੱਲੇ ਕੱਲੇ ਸ਼ਬਦ ਨਾ ਤੁਰੇ ਚਲਿਓ, ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਵੇਗਾ। ਮਨਮੋਹਨ ਲਿਖਦੇ ਨੇ ਕਿ ਜ਼ਿਆਦਾ ਭਾਰਤੀ ਲੋਕ ਸੋਚਦੇ ਹਨ ਕਿ ਅਸੀਂ ਸਾਰੇ ਭਾਰਤ ਦੇ ਮੂਲ ਵਾਸੀ ਹਾਂ ਅਤੇ ਵੱਖ-ਵੱਖ ਨਸਲਾਂ ਦਾ ਰਲੇਵਾਂ ਨਹੀਂ, ਪਰ ਸੱਚਾਈ ਕੁਝ ਹੋਰ ਹੀ ਹੈ। ਇਹ ਲੇਖ ਟੋਨੀ ਜੋਸਫ ਦੀ ਪੁਸਤਕ ਦੇ ਹਵਾਲੇ ਨਾਲ ਇਸ ਸੰਬੰਧੀ ਸਵਾਲਾਂ ਦੇ ਸਨਮੁਖ ਕਰਦਾ ਹੈ। ਟੋਨੀ ਜੋਸਫ ਆਪਣੀ ਕਿਤਾਬ ਅਰਲੀ ਇੰਡੀਅਨਸ ਮੁੱਢਲੇ ਭਾਰਤੀ 2018 'ਚੋਂ ਸਾਨੂੰ ਸਾਡੇ ਭਾਰਤੀ ਪੁਰਖਿਆਂ ਦੀ ਕਹਾਣੀ ਸੁਣਾਉਂਦਾ ਹੈ। ਉਹ ਅੱਜ ਦੇ ਦੌਰ ਦੇ ਪ੍ਰਸੰਗਿਕ ਵਿਸ਼ਿਆਂ ਨਾਲ ਜੁੜੇ ਸਵਾਲਾਂ ਨਾਲ ਖਹਿੰਦਾ ਦਿਖਾਈ ਦਿੰਦਾ ਹੈ। ਅਸੀਂ ਭਾਰਤੀ ਕੌਣ ਹਾਂ? ਸਵਾਲ ਹੈ। ਅਸੀਂ ਸਾਰੇ ਕਿੱਥੋਂ ਆਏ? ਇਹ ਵੀ ਸਵਾਲ ਹੈ। ਹੜੱਪਾ ਵਾਸੀ ਕੌਣ ਸਨ? ਇਹ ਵੀ ਸਵਾਲ ਹੈ। ਕੀ ਆਰੀਅਨ ਦਾ ਭਾਰਤ 'ਚੋਂ ਪ੍ਰਵਾਸ ਹੋਇਆ? ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਜਾਤ ਪਾਤ ਕਦੋਂ ਆਰੰਭ ਹੋਇਆ? ਜਾਤ ਪਾਤ ਕਦੋਂ ਆਰੰਭ ਹੋਇਆ? ਇਹ ਵੀ ਇੱਕ ਬੜਾ ਵੱਡਾ ਕੁਐਸਚਨ ਹੈ। ਬਹੁਤੇ ਭਾਰਤੀਆਂ ਦਾ ਵਿਸ਼ਵਾਸ ਹੈ ਕਿ ਸਾਡੇ ਪੁਰਖੇ ਦੱਖਣੀ ਏਸ਼ੀਆ 'ਚੋਂ ਮੁੱਢ ਕਦੀਮ ਤੋਂ ਰਹਿ ਰਹੇ ਹਨ, ਪਰ ਜਿਵੇਂ ਬਾਅਦ 'ਚੋਂ ਸਾਹਮਣੇ ਆਇਆ ਕਿ ਇਹ ਕੋਈ ਬਹੁਤ ਪੁਰਾਣੀ ਗੱਲ ਵੀ ਨਹੀਂ। ਸਾਡੇ ਭਾਰਤੀ ਪੁਰਖਿਆਂ ਦੀ ਕਥਾ ਕਹਿਣ ਵਾਸਤੇ ਟੋਨੀ ਜੋਸਫ ਸਾਨੂੰ 65,000 ਸਾਲ ਪਿੱਛੇ ਲੈ ਜਾਂਦਾ ਹੈ। 65,000 ਸਾਲ ਪਿੱਛੇ, ਜਦੋਂ ਹੋਮੋ ਸਪੇਮਿਨਸ ਦੀਆਂ ਹੇੜਾਂ ਅਫਰੀਕਾ ਤੋਂ ਭਾਰਤੀ ਉਪ ਮਹਾਂਦੀਪ 'ਤੇ ਪੈਰ ਧਰਦੀਆਂ ਅਤੇ ਆਪਣਾ ਰਾਹ ਬਣਾਉਂਦੀਆਂ ਹਨ। DNA ਦੀ ਖੋਜ ਤੇ ਜਨਨ ਵਿਗਿਆਨ ਦੇ ਸਬੂਤਾਂ ਅਤੇ ਇਸ ਨਾਲ ਸੰਬੰਧਿਤ ਹੋਰ ਖੋਜਾਂ ਰਾਹੀਂ ਟੋਨੀ ਜੋਸਫ ਬਹੁਤ ਸਾਰੇ ਵਿਵਾਦਤ ਤੇ ਔਖੇ ਪ੍ਰਸ਼ਨਾਂ ਨਾਲ ਖੈਬੜਦਾ ਵੀ ਹੈ, ਜਿਵੇਂ ਕਿ ਉੱਤਰ ਭਾਰਤੀ ਲੋਕ ਜਨਨ ਵਿਗਿਆਨਕ ਤੌਰ ਤੇ ਦੱਖਣੀ ਭਾਰਤੀ ਤੋਂ ਭਿੰਨ ਹਨ। ਇੱਕ ਸਵਾਲ। ਕੀ ਆਦਿਵਾਸੀ ਲੋਕ ਭਾਰਤ ਦੀ ਬਾਕੀ ਦੀ ਆਬਾਦੀ ਤੋਂ ਜਨਨਕ ਤੌਰ ਤੇ ਵੱਖਰੇ ਹਨ? ਇਹ ਵੀ ਇੱਕ ਸਵਾਲ। ਜਨਨ ਵਿਗਿਆਨਕ ਆਧਾਰਾਂ ਅਨੁਸਾਰ ਅਫਰੀਕਾ ਤੋਂ ਪਹਿਲਾਂ ਸਫਲ ਪ੍ਰਵਾਸ ਕੋਈ 70,000 ਸਾਲ ਪਹਿਲਾਂ ਹੋਇਆ। ਇਸ ਨੂੰ ਸਫਲ ਪ੍ਰਵਾਸ ਇਸ ਲਈ ਕਿਹਾ ਗਿਆ ਕਿਉਂਕਿ ਇਹ ਪ੍ਰਵਾਸੀ ਹੀ ਅੱਜ ਦੀ ਗੈਰ ਅਫਰੀਕੀ ਲੋਕਾਈ ਦੇ ਪੁਰਖੇ ਹਨ। ਅਫਰੀਕਾ ਤੋਂ ਨਿਕਲੇ ਇਸ ਮਨੁੱਖ ਨੇ ਸੰਭਵ ਹੈ ਦੱਖਣੀ ਰਾਹ ਅਪਣਾਇਆ ਹੋਵੇ। ਕੋਈ 65,000 ਸਾਲ ਪਹਿਲਾਂ ਅਫਰੀਕੀ ਪ੍ਰਵਾਸੀ ਜਦ ਭਾਰਤ ਪਹੁੰਚਿਆ ਤਾਂ ਉਸ ਦਾ ਸਾਹਮਣਾ ਪੁਰਾਤਨ ਮਾਨਵ ਨਾਲ ਹੋਇਆ। ਕੋਈ 7,000 ਈਸਾ ਪੂਰਵ ਬਲੋਚਿਸਤਾਨ 'ਚੋਂ ਬੁਲਾਨ ਪਹਾੜਾਂ ਦੇ ਪੈਰਾਂ 'ਚੋਂ ਉਹ ਥਾਂ ਜਿਸ ਨੂੰ ਅੱਜ ਮਿਹਰਗੜ੍ਹ ਵਜੋਂ ਜਾਣਿਆ ਜਾਂਦਾ ਹੈ ਵਿਖੇ ਖੇਤੀ ਨਿਰਭਰ ਵਸੋਂ ਦਾ ਵਸੇਬਾ ਹੋਇਆ, ਜਿਸ ਨੇ ਅਗਲੇ ਸਮਿਆਂ 'ਚੋਂ ਸਿੰਧੂ ਅਤੇ ਭੂ ਮੱਧ ਖੇਤਰ 'ਚੋਂ ਵੱਡੇ ਪੱਧਰ 'ਤੇ ਫੈਲਣਾ ਸੀ।
7000 ਤੋਂ 3000 ਈਸਾ ਪੂਰਵ ਈਰਾਨ ਦੇ ਜਗਰੂਸ ਖੇਤਰ ਤੋਂ ਖੇਤੀ ਨਿਰਭਰ ਵਸੋਂ ਦਾ ਦੱਖਣੀ ਏਸ਼ੀਆ 'ਚੋਂ ਪ੍ਰਵਾਸ ਹੋਇਆ, ਜਿਨ੍ਹਾਂ ਦਾ ਮੇਲ ਮਿਲਾਪ ਇਸ ਦੌਰਾਨ ਮੁੱਢਲੇ ਭਾਰਤੀਆਂ ਨਾਲ ਹੋਇਆ। ਜਨਨਕ ਸਬੂਤਾਂ ਅਨੁਸਾਰ ਇਹੀ ਮਿਸਰੀਕਰਨ 4700 ਤੋਂ 3000 ਈਸਾ ਪੂਰਵਕ ਤੱਕ ਚੱਲਦਾ ਰਿਹਾ। 7000 ਤੋਂ 2600 ਈਸਾ ਪੂਰਵਕ 'ਚੋਂ ਮਿਹਰਗੜ੍ਹ 'ਚੋਂ ਜੌਂ ਅਤੇ ਕਣਕ ਦੀ ਖੇਤੀ ਕੀਤੇ ਜਾਣ ਅਤੇ ਪਾਲਤੂ ਪਸ਼ੂਆਂ ਨੂੰ ਭੋਜਨ ਰੂਪ 'ਚੋਂ ਖਾਏ ਜਾਣ ਦੇ ਸਬੂਤ ਮਿਲੇ ਹਨ। ਇਹ ਥਾਂ ਤਕਰੀਬਨ 2600 ਤੋਂ 2000 ਈਸਾ ਪੂਰਵ 'ਚੋਂ ਉਜੜ ਗਈ। ਉਦੋਂ ਤੱਕ ਖੇਤੀ ਨਿਰਭਰ ਆਬਾਦੀ ਸਾਰੇ ਉੱਤਰੀ ਪੱਛਮੀ ਭਾਰਤ 'ਚੋਂ ਸਿੰਧੂ, ਘੱਗਰ, ਹਕਰਾ, ਘਾਟੀਆ ਅਤੇ ਗੁਜਰਾਤ 'ਚ ਫੈਲ ਗਈ। 5500 ਤੋਂ 2600 ਈਸਾ ਪੂਰਵ ਮੁੱਢਲੇ ਹੜੱਪਾ ਕਾਲ ਕਾਲੀ ਬੰਗਾ, ਰਾਖੀਗੜ੍ਹ ਬ੍ਰੈਕਟ 'ਚ ਭਾਰਤ, ਬਣਾਵਾਲੀ ਅਤੇ ਰਹਿਮਾਨ ਡੇਰੀ ਪਾਕਿਸਤਾਨ 'ਚ ਖੇਤੀ ਨਿਰਭਰ ਵਸੋਂ ਦੇ ਵਿਲੱਖਣ ਸ਼ੈਲੀ ਵਾਲੀਆਂ ਸ਼ਹਿਰੀ ਵਸੇਬਾਂ 'ਚੋਂ ਵਿਕਸਿਤ ਹੋਣ ਦੇ ਵੀ ਅਖਬਾਰ ਕਹਿੰਦਾ ਸਬੂਤ ਮਿਲਦੇ ਹਨ। 2600 ਤੋਂ 1900 ਈਸਾ ਪੂਰਵ 'ਚੋਂ ਪ੍ਰੌੜ ਹੜੱਪਾ ਕਾਲ 'ਚੋਂ ਕਈ ਥਾਵਾਂ ਤੇ ਨਵੀਂ ਉਸਾਰੀ, ਮੁੜ ਉਸਾਰੀ ਅਤੇ ਉਜੜੇ ਦੇਖਣ ਨੂੰ ਮਿਲੇ। ਉੱਚ ਪੱਧਰੀ ਮਿਆਰਾਂ ਜਿਵੇਂ ਲਿਪੀ, ਮੋਹਰਾਂ, ਚਿੱਤਰਾਂ ਅਤੇ ਧੂਲ ਵੱਟਿਆਂ ਦੀ ਹੋਂਦ ਵਿਆਪਕ ਪੱਧਰ ਤੋਂ ਦੇਖਣ ਨੂੰ ਮਿਲਦੀ ਹੈ। ਮੁੱਢਲੇ ਤੋਂ ਪ੍ਰੌੜ ਹੜੱਪਾ ਕਾਲ ਕੇਵਲ 5 ਪੀੜ੍ਹੀਆਂ ਭਾਵ 100 ਤੋਂ 150 ਸਾਲ 'ਚੋਂ ਵਾਪਰ ਗਿਆ। ਇਹ ਕਹਿੰਦਾ ਅਖਬਾਰ ਕਿ ਪ੍ਰਤੀਤ ਹੁੰਦਾ ਹੈ। 2300 ਤੋਂ 1700 ਈਸਾ ਪੂਰਵ ਕਾਲ ਦੀ ਸਭਕ ਜੋ ਅੰਮੂ ਦਰਿਆ ਦੇ ਆਸ-ਪਾਸ ਦੇ ਇਲਾਕਿਆਂ ਵਿਕਸਿਤ ਹੋਈ, ਨਾਲ ਹੜੱਪਾ ਸੱਭਿਆ ਤੇ ਵਪਾਰਕ ਅਤੇ ਸੱਭਿਆਚਾਰਕ ਸੰਬੰਧ ਸਨ। 2100 ਈਸਾ ਪੂਰਵ 'ਚੋਂ ਕਜਾਜ ਸਤੇਪੀਆ ਤੋਂ ਦੱਖਣ ਵੱਲ ਪਸ਼ੂ ਪਾਲਕਾਂ ਦਾ ਪ੍ਰਵਾਸ ਹੋਇਆ, ਜੋ ਦੱਖਣੀ ਮੱਧ ਏਸ਼ੀਆ ਖੇਤਰ ਤੱਕ ਫੈਲ ਗਿਆ। 2000 ਈਸਾ ਪੂਰਵ ਦੌਰਾਨ ਚੀਨ ਤੋਂ ਪ੍ਰਵਾਸ ਦੀਆਂ ਦੋ ਮੁੱਖ ਲਹਿਰਾਂ ਖੇਤੀ ਇਨਕਲਾਬ ਅਤੇ ਜਨਸੰਖਿਆ ਵਾਧੇ ਕਾਰਨ ਵਾਪਰੀਆਂ। ਇਹਨਾਂ ਨੇ ਹੀ ਦੱਖਣ ਪੂਰਬੀ ਏਸ਼ੀਆ ਦੀ ਲੁਕਾਈ ਨੂੰ ਮੁੜ ਸਰੂਪ ਬਖਸ਼ਿਆ ਹੈ। ਇਸ ਨਾਲ ਆਸਟ੍ਰੋ ਏਸ਼ੀਆਈ ਭਾਸ਼ਾਵਾਂ, ਨਵੇਂ ਪੌਦਿਆਂ ਤੇ ਰੁੱਖਾਂ ਅਤੇ ਨਵੀਂ ਕਿਸਮ ਦੇ ਚੌਲਾਂ ਦੀ ਆਮਦ ਹੋਈ। 2000 ਤੋਂ 1000 ਈਸਾ ਪੂਰਵ ਦਰਮਿਆਨ ਮੱਧ ਏਸ਼ੀਆ ਦੀਆਂ ਸਤੈਪੀਆਂ ਤੋਂ ਉੱਠੀਆਂ ਚਰਵਾਹਿਆਂ ਅਤੇ ਪਸ਼ੂ ਪਾਲਕ ਪ੍ਰਵਾਸੀਆਂ ਦੀ ਬਹੁ ਪਰਤੀ ਲਹਿਰਾਂ ਨੇ ਭਾਰਤੀ ਯੂਰਪੀ ਭਾਸ਼ਾਵਾਂ, ਨਵੇਂ ਧਾਰਮਿਕ ਅਤੇ ਸੱਭਿਆਚਾਰਕ ਵਿਵਹਾਰ ਵੀ ਲਿਆਂਦੇ। 1900 ਤੋਂ 1300 ਈਸਾ ਪੂਰਵ ਦੇ ਅੰਤਲੇ ਹੜੱਪਾ ਕਾਲ 'ਚੋਂ ਉਸ ਸਭਿਅਤਾ 'ਚੋਂ ਲੰਬੇਰੇ ਸੋਕੇ ਨੇ ਚੀਨ ਅਤੇ ਮਿਸਰ ਦੀਆਂ ਪੱਛਮੀ ਏਸ਼ੀਆਈ ਸਭਿਅਤਾਵਾਂ ਨੂੰ ਵੀ ਅਖਬਾਰ ਕਹਿੰਦਾ ਪ੍ਰਭਾਵਿਤ ਕੀਤਾ ਹੈ। ਇਸ ਨਾਲ ਹੜੱਪਾ ਸਭਿਅਤਾ ਦਾ ਹੌਲੀ ਹੌਲੀ ਆਹਿਸਤਾ ਨਿਗਾਰ ਹੋਇਆ ਤੇ ਅੰਤ ਖਾਤਮਾ ਹੋ ਗਿਆ। ਇਸ ਤੋਂ ਬਾਅਦ ਯੂਨਾਨੀਆਂ, ਯਹੂਦੀਆਂ, ਹੂਣਾਂ, ਸ਼ੱਕਾਂ, ਪਾਰਸੀਆਂ, ਸੀਰੀਅਨ, ਮੁਗਲਾਂ, ਪੁਰਤਗਾਲੀਆਂ ਅਤੇ ਅੰਗਰੇਜ਼ਾਂ ਆਦਿ ਸਾਰਿਆਂ ਨੇ ਭਾਰਤੀ ਦ੍ਰਿਸ਼ ਤੇ ਆਪਣਾ ਨਿਸ਼ਾਨ ਛੱਡਿਆ ਹੈ, ਆਪੋ ਆਪਣੇ ਨਿਸ਼ਾਨ ਛੱਡੇ ਹਨ। ਹੁਣ ਅਖਬਾਰ ਕਹਿੰਦਾ ਕਿ ਪ੍ਰਸ਼ਨ ਉੱਠਣਾ ਸੁਭਾਵਕ ਹੈ ਕਿ ਆਖਰ ਅਸੀਂ ਭਾਰਤੀ ਕੌਣ ਹਾਂ ਅਸੀਂ ਭਾਰਤੀ। ਅਕਸਰ ਇਹ ਸੋਚਿਆ ਜਾਂਦਾ ਹੈ ਕਿ ਆਦਿਵਾਸੀ, ਮੂਲਵਾਸੀ ਜੋ ਭਾਰਤ ਦੀ ਆਬਾਦੀ ਦਾ 8% ਹਨ, ਬਾਕੀ ਭਾਰਤੀਆਂ ਤੋਂ ਬਹੁਤ ਭਿੰਨ, ਵੱਖਰੇ ਅਤੇ ਦੂਰ ਦੀ ਰਹਿਣੀ ਬਹਿਣੀ ਵਾਲੇ ਹਨ। ਇਸ ਲਈ ਇਹ ਸਾਡੇ 'ਚੋਂ ਨਹੀਂ ਬਲਕਿ ਹੋਰ ਕੋਈ ਦੂਜੇ ਹਨ। ਪਰ ਅੱਜ ਜੀਵ ਅਣੂਵਿਕ ਸਬੂਤਾਂ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਮੂਲ ਤੇ ਮੁੱਢਲੇ ਅਫਰੀਕੀ ਮੂਲ ਦੇ ਹਨ, ਜਿਨ੍ਹਾਂ ਦਾ ਅਫਰੀਕਾ ਤੋਂ ਭਾਰਤ 'ਚੋਂ ਪ੍ਰਵਾਸ ਕੋਈ 65,000 ਪਹਿਲਾਂ ਹੋਇਆ ਹੈ। ਇੰਜ ਆਦਿਵਾਸੀਆਂ ਦੇ ਪੁਰਖੇ ਮੁੱਢਲੇ ਭਾਰਤੀ ਹੋਣ ਕਾਰਨ ਕੋਈ ਬਾਰੀ ਨਹੀਂ, ਸਗੋਂ ਸਾਡੇ 'ਚੋਂ ਹੀ ਹਨ, ਆਪਣੇ ਨੇ। ਅੱਜ ਦੇ ਸਾਰੇ ਭਾਰਤੀ ਪਹਿਲੇ ਭਾਰਤੀ ਬੰਦੇ ਦੀ ਵੰਸ਼ ਵਿੱਚੋਂ ਹਨ। ਹੜੱਪਾ ਤੋਂ ਮਿਲੀ ਨਿਰਤਕੀ ਦੀ ਮੂਰਤੀ ਆਪਣੀ ਦਿੱਖ ਤੋਂ ਆਦਿਵਾਸੀ ਕੁੜੀ ਜਾਪਦੀ ਹੈ। ਪਹਿਲੇ ਭਾਰਤੀ ਹੀ ਏਸ਼ੀਆ ਦੇ ਪਹਿਲੇ ਸ਼ਹਿਰੀ ਇਨਕਲਾਬ ਦੇ ਅੰਗ ਸਨ। 7 ਸਦੀਆਂ ਤੱਕ ਚੱਲੀ ਪ੍ਰੌੜ ਹੜੱਪਾ ਸਭਿਅਤਾ, ਜੋ ਆਪਣੇ ਸਮਿਆਂ ਦੀ ਜਨਸੰਖਿਆ ਤੇ ਖੇਤਰਫਲ ਵਜੋਂ ਸਭ ਤੋਂ ਵੱਡੀ ਸੀ, ਦਾ
ਆਧਾਰ ਮੂਲਕ ਸਰੋਤ ਇਸ ਦਾ ਸਾਂਝਾ ਸੱਭਿਆਚਾਰ ਸੀ। ਹੜੱਪਾ ਸਭਿਅਤਾ ਦੇ ਨਗਾਰ ਤੋਂ ਬਾਅਦ ਅਤੇ ਸਤੈਂਪੀਆਂ ਤੋਂ ਆਉਣ ਵਾਲੇ ਪ੍ਰਵਾਸੀ ਦਰਮਿਆਨਾਂ ਦਾ ਸਮਾਂ ਪੁਰਾਤਤਵ ਹਨੇਰੇ ਦਾ ਸਮਾਂ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਅਖਬਾਰ ਕਹਿੰਦਾ ਹੈ, ਕਿਉਂਕਿ ਸਤੈਂਪੀਆਂ ਤੋਂ ਆਏ ਪਸ਼ੂ ਪਾਲਕ ਪ੍ਰਵਾਸੀਆਂ ਦੇ ਸਮੂਹ ਕੋਈ ਬਹੁਤੇ ਵੱਡੇ ਨਹੀਂ ਸਨ। ਇਹਨਾਂ ਆਰਿਆਈ ਪ੍ਰਵਾਸੀਆਂ ਨੇ ਕਿਹੜੇ ਰਾਹ ਅਪਣਾਏ, ਕਿੰਨੇ ਸਮੂਹਾਂ 'ਚੋਂ ਆਏ ਅਤੇ ਕਦੋਂ ਤੱਕ ਇਹ ਪ੍ਰਵਾਸ ਲਗਾਤਾਰ ਚੱਲਦਾ ਰਿਹਾ ਬਾਰੇ ਬਹੁਤ ਜਾਣਕਾਰੀ ਨਹੀਂ, ਪਰ ਮੁੱਢਲੇ ਵੈਦਿਕ ਸਰੋਤਾਂ ਤੋਂ ਪਤਾ ਚੱਲਦਾ ਹੈ ਕਿ ਭਾਰੋਪੀ ਇੰਡੋ ਯੂਰਪੀਅਨ ਭਾਸ਼ਾਈ ਸਮੂਹਾਂ ਨੂੰ ਟਕਰਾਉਂਦੇ ਹੁੰਦੇ ਰਹੇ, ਇਹਨਾਂ ਦੇ ਟਕਰਾਅ ਹੁੰਦੇ ਰਹੇ। ਭਾਸ਼ਾ ਵਿਗਿਆਨ ਅਤੇ ਜਨਨ ਵਿਗਿਆਨ ਇਸ ਪ੍ਰਵਾਸ ਪ੍ਰਕਿਰਿਆ ਤੇ ਰੌਸ਼ਨੀ ਪਾਉਂਦਾ ਹੈ। ਭਾਰਤ ਦੇ ਭਾਸ਼ਾਈ ਸਰਵੇਖਣ ਕਰਨ ਵਾਲੇ ਸਰ ਜਾਰਜ ਗ੍ਰਿਆਰਸਨ ਦੇ 1930 ਚ ਹੋਰ ਵਿਕਸਿਤ ਗ੍ਰਿਆਰਸਨਸ ਹਾਈਪੋਥੈਸਿਸ ਅਤੇ 2005 ਚੋਂ ਫਰੈਂਕਲਿਨ ਸੀ ਸਾਊਥਵਰਥ ਦੇ ਕਹਿਣ ਅਨੁਸਾਰ ਭਾਰੋਪੀ ਭਾਸ਼ਾਵਾਂ ਨੂੰ ਉੱਤਰੀ ਕੇਂਦਰੀ ਭਾਸ਼ਾਵਾਂ ਜਿਵੇਂ ਹਿੰਦੀ, ਪੰਜਾਬੀ, ਰਾਜਸਥਾਨੀ, ਬੁੰਦੇਲੀ ਅਤੇ ਪਹਾੜੀ ਦੇ ਨਾਲ ਨਾਲ ਦੱਖਣ ਪੱਛਮੀ ਪੂਰਬੀ ਭਾਸ਼ਾਵਾਂ ਜਿਵੇਂ ਬੰਗਲਾ, ਭੋਜਪੁਰੀ, ਉੜੀਆ, ਮਰਾਠੀ ਅਤੇ ਕੋਂਕਣੀ 'ਚੋਂ ਵੰਡਿਆ ਜਾ ਸਕਦਾ ਹੈ। ਸਾਊਥਵਰਥ ਦਾ ਆਪਣੀ ਕਿਤਾਬ ਜਿਹੜੀ ਹੈ ਉਹਦੇ ਵਿੱਚ ਕਹਿਣਾ ਹੈ ਕਿ ਮੱਧ ਏਸ਼ੀਆਈ ਲੋਕਾਂ ਦੀਆਂ ਹੀੜਾਂ ਭਾਰਤੀ ਈਰਾਨੀ ਸੀਮਾਵਾਂ 'ਚੋਂ ਘੁੱਸਣ ਬਾਅਦ ਪੰਜਾਬ 'ਚੋਂ ਹੁੰਦੇ ਹੋਏ ਪੂਰਬ ਵੱਲ ਇੱਕ ਜਿਹੜਾ ਹੈ ਪਾਸੇ ਗੰਗਾ ਅਤੇ ਦੂਜੇ ਪਾਸੇ ਸਿੰਧ ਰਾਹੀਂ ਦੱਖਣ ਵੱਲ ਚਲੀਆਂ ਗਈਆਂ। ਭਾਸ਼ਾਵਾਂ ਦੀ ਉੱਪਰ ਦਰਸਾਈ ਵੰਡ ਦਰਅਸਲ ਅਖਬਾਰ ਲਿਖਦਾ ਹੈ ਕਿ ਹਿੰਦੂ ਆਰਿਆਵਰਤ ਖੇਤਰਾਂ ਅਤੇ ਗੈਰ ਆਰਿਆਈ ਭਾਸ਼ਾਵਾਂ ਬੋਲਣ ਵਾਲੇ ਮਲੇਸ਼ ਦੇਸ਼ ਦੇ ਖੇਤਰਾਂ ਦਰਮਿਆਨ ਹੈ, ਜਿੱਥੇ ਹਿੰਦੂ ਅਨੁਸ਼ਾਸਨਾਂ ਦਾ ਪਾਲਣ ਨਹੀਂ ਹੁੰਦਾ ਸੀ। ਇਹ ਦੋਵੇਂ ਖੇਤਰ ਭੂਗੋਲਿਕ ਰੂਪ 'ਚੋਂ ਵਿਦਿਆਂਚਲ ਪਠਾਰ ਵਾਲੇ ਪਠਾਰ ਕਾਰਨ ਵੰਡੇ ਗਏ, ਜੋ ਪੂਰੇ ਮੱਧ ਭਾਰਤ 'ਚੋਂ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਫੈਲਿਆ ਹੋਇਆ ਹੈ। ਗੈਰ ਆਰਿਆਈ ਭਾਸ਼ਾਵਾਂ ਤੋਂ ਭਾਵ ਗੈਰ ਭਾਰੋਪੀ ਭਾਸ਼ਾਵਾਂ ਨਹੀਂ, ਇਹ ਉਹ ਭਾਸ਼ਾਵਾਂ ਹਨ ਜੋ ਬਾਹਰੀ ਖੇਤਰ 'ਚੋਂ ਆਉਣ ਕਾਰਨ ਆਰਿਆਵਰਤਾਂ ਦੇ ਰੂੜੀਵਾਦੀ ਦ੍ਰਿਸ਼ਟੀ ਅਨੁਸਾਰ ਗੈਰ ਆਰਿਆਈ ਸਨ। ਟੋਨੀ ਜੋਸਫ ਅਨੁਸਾਰ ਤਰਾਵੜੀ ਬ੍ਰਾਹਮਣ ਜੋ ਜ਼ਿਆਦਾਤਰ ਪੁਜਾਰੀ ਅਤੇ ਪਰੰਪਰਕ ਸੰਸਕ੍ਰਿਤੀ ਗ੍ਰੰਥਾਂ ਨੂੰ ਸਾਂਭਣ ਵਾਲੇ ਹਨ ਦੇ ਜੀਵਕ ਤੱਤ ਸਤੈਪੀ ਪੁਰਖਿਆਂ ਨਾਲ ਮੇਲ ਖਾਂਦੇ ਹਨ। ਇਹਨਾਂ ਦੀ ਮੁੱਢਲਾ ਵੈਦਿਕ ਸੱਭਿਆਚਾਰ ਫੈਲਾਉਣ 'ਚੋਂ ਵੱਡੀ ਭੂਮਿਕਾ ਸੀ। ਭਾਸ਼ਕ ਅਤੇ ਜੀਵਕ ਵੱਖਰਤਾ ਉਹਨਾਂ ਪਾਠਗਤ ਹਵਾਲਿਆਂ 'ਚੋਂ ਵੀ ਮਿਲਦੀ ਹੈ ਜੋ ਆਰਿਆਵਰਤ ਅਤੇ ਮਲੇਸ਼ ਦੇਸ਼ ਨਾਲ ਸੰਬੰਧਿਤ ਹਨ। ਤੇ ਅਖਬਾਰ ਲਿਖਦਾ ਹੈ ਕਿ ਜੋਨ ਬਰੋਖੋਰਸਤ ਆਪਣੀ ਕਿਤਾਬ ਗ੍ਰੇਟ ਮਗਧ 'ਚ ਦੱਸਦਾ ਹੈ ਕਿ 150 ਈਸਾ ਪੂਰਵ ਲਿਖੀ ਮਹਾਂਭਾਸ਼ਾ 'ਚੋਂ ਪਤੰਜਲੀ ਇਹ ਪ੍ਰਸ਼ਨ ਪੁੱਛਦਾ ਹੈ ਕਿ ਆਰੀਆ ਧਰਤ ਕਿਹੜੀ ਹੈ। ਸਵਾਲ ਪੁੱਛਦਾ ਹੈ ਕਿ ਆਰੀਆ ਧਰਤ ਕਿਹੜੀ ਹੈ। ਜਵਾਬ ਹੈ ਜਿੱਥੇ ਸਰਸਵਤੀ ਨਦੀ ਅਲੋਪ ਹੁੰਦੀ ਹੈ, ਜੋ ਹਿਮਾਲਿਆ ਦੀ ਤਰਾਈ 'ਚੋਂ ਕਾਲਕਾ ਦੇ ਜੰਗਲ ਹਨ ਅਤੇ ਇਸ ਦੀ ਗੰਗਾ ਜਮਨਾ ਦੁਆਬ ਤੋਂ ਕੋਈ ਬਹੁਤੀ ਦੂਰੀ ਵੀ ਨਹੀਂ। ਬੁੱਧਯਾਨਾ ਧਰਮ ਸੂਤਰ ਅਤੇ ਵਸਿਸ਼ਠ ਧਰਮ ਸੂਤਰ 'ਚੋਂ ਵੀ ਇਹੋ ਸਵਾਲ ਪੁੱਛਿਆ ਗਿਆ ਹੈ। ਤੇ ਅਖਬਾਰ ਕਹਿੰਦਾ ਹੈ ਕਿ ਉੱਤਰ ਮੱਧ ਭਾਰਤ 'ਚੋਂ ਅੰਦਰੂਨੀ ਭਾਸ਼ਕ ਸਮੂਹ ਦਾ ਵਿਰੋਧ ਦੱਖਣ ਪੱਛਮ ਪੂਰਬੀ ਬਾਹਰੀ ਭਾਸ਼ਕ ਸਮੂਹ ਨਾਲ ਹੁੰਦਾ ਸੀ। ਪਤੰਜਲੀ ਵੱਲੋਂ ਪ੍ਰਭਾਸ਼ਿਤ ਆਰਿਆਵਰਤ ਤੋਂ ਪੂਰਬ ਦਾ ਖੇਤਰ ਪਹਿਲਾਂ ਹੀ ਭਾਰੋਪੀ ਭਾਸ਼ਾਵਾਂ ਵਾਲਾ ਸੀ, ਜਿੱਥੇ ਹੜੱਪਾ ਸਭਿਅਤਾ ਦੇ ਨਗਾਰ ਤੋਂ ਬਾਅਦ 500 ਈਸਾ ਪੂਰਬ ਦੂਜਾ ਪ੍ਰਮੁੱਖ ਸ਼ਹਿਰੀਕਰਨ ਹੋ ਰਿਹਾ ਸੀ। ਇਸ ਖੇਤਰ 'ਚੋਂ ਪਹਿਲਾ ਭਾਰਤੀ ਮੌਰਿਆ ਸਾਮਰਾਜ ਮਗਧ ਦੇ ਖੇਤਰ 'ਚੋਂ 322 ਤੋਂ 180 ਈਸਾ ਪੂਰਬ 'ਚੋਂ ਸਥਾਪਿਤ ਹੋਇਆ, ਜੋ ਪ੍ਰਭਾਸ਼ਿਤ ਆਰਿਆਵਰਤ ਦੇ ਕਾਫੀ ਨਜ਼ਦੀਕ ਦਾ ਇਲਾਕਾ ਸੀ। ਮਗਧ ਖੇਤਰ 'ਚੋਂ 6ਵੀਂ ਤੋਂ 4ਥੀ ਸਦੀ 'ਚੋਂ ਬੁੱਧ ਧਰਮ ਅਤੇ 7ਵੀਂ ਤੋਂ 5ਵੀਂ ਸਦੀ ਦਰਮਿਆਨ ਜੈਨ ਮਤ ਪੈਦਾ ਹੋਇਆ। ਇਹਨਾਂ ਦੋਵਾਂ ਨੇ ਉਸ ਵੇਲੇ ਦੇ ਧਾਰਮਿਕ ਗ੍ਰੰਥਾਂ, ਬਲੀਆਂ, ਧਾਰਮਿਕ ਅਨੁਸ਼ਾਸਨਾਂ ਅਤੇ ਸਮਾਜਿਕ ਰੂੜੀਵਾਦੀ ਨੂੰ ਚੁਣੌਤੀ ਦਿੱਤੀ। ਤੇ ਅਖਬਾਰ ਕਹਿੰਦਾ ਸੋਚਣ ਵਾਲੀ ਗੱਲ ਇਹ ਹੈ, ਆਰਿਆਵਰਤ ਦੀ ਕੁਲੀਨਤਾ 'ਚੋਂ ਮਲੇਸ਼ ਦੇਸ਼ ਪ੍ਰਤੀ ਇੰਨੀ ਘਿਰਨਾ ਕਿਉਂ ਸੀ? ਸਵਾਲ ਹੈ।
ਤੇ ਬਰੋਖਰੋਸਤ ਅਨੁਸਾਰ ਗੰਗ ਜਮਨੀ ਦੁਆਬ ਦੇ ਪੂਰਬ ਦਾ ਖੇਤਰ ਪਤੰਜਲੀ ਦੇ ਸਮੇਂ ਤੱਕ ਬ੍ਰਾਹਮਣੀ ਖੇਤਰ ਨਹੀਂ ਸੀ ਸਮਝਿਆ ਗਿਆ। ਇਸ ਤੋਂ ਇਲਾਵਾ ਭਾਵ ਨਹੀਂ ਸੀ, ਇਸ ਤੋਂ ਇਹ ਭਾਵ ਨਹੀਂ ਸੀ ਕਿ ਉੱਥੇ ਬ੍ਰਾਹਮਣ ਨਹੀਂ ਸਨ ਰਹਿ ਰਹੇ। ਬ੍ਰਾਹਮਣ ਸਮਾਜ ਚੋਂ ਬਲਿਆ ਤੇ ਪੁਜਾਰੀ ਵਰਗ ਨੂੰ ਦਾਨ ਦੇਣ ਦੀ ਬਹੁਤ ਬਲ ਸੀ। ਪੁਜਾਰੀ ਵਰਗ ਦੇ ਸੱਤਾਧਾਰੀ ਵਰਗ ਨਾਲ ਵੀ ਬੜਾ ਨੇੜਲਾ ਸੰਬੰਧ ਸਨ। ਗੰਗਾ ਜਮਨਾ ਪ੍ਰਯਾਗ ਦੇ ਪੂਰਬ ਚੋਂ ਦਾ ਇਲਾਕਾ ਦਰਅਸਲ ਆਦਰਸ਼ ਬ੍ਰਾਹਮਣ ਸਮਾਜ ਨਹੀਂ ਸੀ। ਅਖਬਾਰ ਲਿਖਦਾ ਹੈ ਕਿ ਮਗਧ ਰਾਜ ਦੇ ਸ਼ਾਸਕ ਸ਼੍ਰੀਨਿਕਾ ਬਿੰਬੀਸਾਰ ਅਤੇ ਅਜਾਤ ਸ਼ਤਰੂ ਨੂੰ ਬੋਧੀ ਤੇ ਜੈਨ ਮਤ ਵਾਲੇ ਆਪਣਾ ਮੰਨਦੇ ਸਨ। 350 ਈਸਾ ਪੂਰਵ ਚੋਂ ਪਾਟਲੀਪੁੱਤਰ ਨੂੰ ਸੰਗਠਿਤ ਕਰਨ ਵਾਲਾ ਨੰਦ ਜੈਨ ਮਤ ਦਾ ਪੋਸ਼ਕ ਸੀ। ਚੰਦਰਗੁਪਤ ਮੌਰਿਆ ਨੇ ਨੰਦ ਦਾ ਅੰਤ ਕੀਤਾ ਅਤੇ ਅੰਤ ਚੋਂ ਜੈਨੀ ਸੰਤ ਬਣਿਆ। ਬਿੰਦੂਸਾਰ ਨੇ ਗੈਰ ਬ੍ਰਾਹਮਣੀ ਮਤ ਆਜੀ ਵਕਤ ਦੇ ਸਿਰ ਹੱਥ ਰੱਖਿਆ। ਅਸ਼ੋਕ ਨੇ ਬੁੱਧ ਮਤ ਅਪਣਾਇਆ। 185 ਈਸਾ ਪੂਰਵ ਚੋਂ ਰਾਜਾ ਸੁੰਗ ਦਾ ਬ੍ਰਾਹਮਣ ਰਾਜ ਸੀ। 40-50 ਸਾਲ ਬਾਅਦ ਵਿਆਕਰਨ ਪਤੰਜਲੀ ਗੰਗਾ ਤੋਂ ਪੂਰਬ ਦੇ ਇਲਾਕਿਆਂ ਨੂੰ ਆਰਿਆਵਰਤ ਨਹੀਂ ਮੰਨਦਾ। ਮਗਧ ਦਾ ਦ੍ਰਿਸ਼ ਅੰਤ ਨੂੰ ਮਾਨਵ ਧਰਮ ਸ਼ਾਸਤਰ ਮਨੁ ਸਿਮਰਤੀ ਜੋ 3 ਸਦੀ ਈਸਾ ਪੂਰਵ ਤੋਂ ਪਹਿਲਾਂ ਲਿਖੀ ਗਈ ਹੈ, ਆਰਿਆਵਰਤ ਨੂੰ ਸਾਗਰ ਤੋਂ ਸਾਗਰ ਤੱਕ ਦੇ ਹਿਮਾਲੇ ਤੋਂ ਵਿੰਧਿਆ ਦੇ ਵਿਚਲੇ ਖੇਤਰ ਨੂੰ ਮੰਨਦਾ ਹੈ। ਮਹਾਂਭਾਸ਼ਾ ਅਤੇ ਮਨੁ ਸਿਮਰਤੀ ਦੇ ਲਿਖਣ ਕਾਲ ਦਰਮਿਆਨ ਅਖਬਾਰ ਲਿਖਦਾ ਹੈ ਕਿ ਸ਼ਾਇਦ ਮਗਧ ਦੀ ਵਿਚਾਰਧਾਰਾ ਕੁਲੀਨ ਆਰਿਆਵਰਤ ਚੋਂ ਬਦਲੀ। ਟੋਨੀ ਜੋਸਫ ਅਨੁਸਾਰ 2013 ਚ ਛਪੀ ਕਿਤਾਬ ਮੁਤਾਬਕ ਇਹ ਮਤ ਗਲਤ ਸਾਬਤ ਹੋਇਆ ਕਿ ਬਾਹਰੋਂ ਆਉਣ ਵਾਲੇ ਆਰੀਅਨਾਂ ਨੇ ਇਸ ਉਪ ਮਹਾਦੀਪ ਚੋਂ ਜਾਤ ਪ੍ਰਥਾ ਲਾਗੂ ਕੀਤੀ। 73 ਲੋਕਾਂ ਦੇ ਸਮੂਹਾਂ ਦੇ ਜੀਨੋਮਸ ਡਾਟਾ ਅਨੁਸਾਰ 2000 ਈਸਾ ਪੂਰਵ ਤੋਂ 100 ਈਸਾ ਪੂਰਵ ਤੱਕ ਇੰਨੇ ਵੱਡੇ ਪੱਧਰ ਤੇ ਵਿਭਿੰਨ ਜਨ ਸਮੂਹਾਂ ਚੋਂ ਮਿਸ਼ਰਣ ਹੋਇਆ ਕਿ ਹਰ ਬਸ਼ਿੰਦੇ ਚੋਂ ਅਫਰੀਕਾ ਤੋਂ ਆਏ ਮੁੱਢਲੇ ਭਾਰਤੀ ਹੜੱਪਈ ਅਤੇ ਸਤੈਪੀ ਪੁਰਖਿਆਂ ਦੇ ਭਿੰਨ ਡਿਗਰੀ ਦੇ ਜੀਨਸ ਪਾਏ ਗਏ। ਤੇ ਅਖਬਾਰ ਲਿਖਦਾ ਕਿ ਇਸ ਅਨੁਸਾਰ ਇਸ ਖੇਤਰ ਚੋਂ ਅੰਤਰ ਸੰਬੰਧਿਤ ਲੋਕਾਂ ਚੋਂ ਜਨ ਮਿਸ਼ਰਣ ਬੜਾ ਆਮ ਸੀ। ਇਹ ਰੁਝਾਨ ਹੌਲੀ ਵਿਰਲਾ ਪੈਂਦਾ ਗਿਆ ਕਿਉਂਕਿ ਲੋਕਾਂ ਚੋਂ ਵੱਡੇ ਪੱਧਰ ਤੇ ਸਗੋਤੀ ਵਿਆਹਾਂ ਦਾ ਰਿਵਾਜ ਵਧਿਆ। ਹੜੱਪਾ ਸੱਭਿਅਤਾ ਦੇ ਨਗਾਰ ਤੋਂ ਬਾਅਦ ਜਦੋਂ ਬਹੁਤ ਸਾਰਾ ਪਲਾਇਨ ਉੱਤਰ ਪੱਛਮ ਤੋਂ ਦੱਖਣ ਪੂਰਬ ਵੱਲ ਹੋਇਆ ਤਾਂ ਵੀ ਬਹੁਤੇ ਵੱਡੇ ਪੱਧਰ ਤੇ ਅੰਤਰ ਮਿਸ਼ਰਣ ਹੋਇਆ, ਜਿਸ ਦਾ ਪ੍ਰਭਾਵ ਬੜਾ ਡੂੰਘੇਰਾ ਅਤੇ ਲੰਮੇ ਸਮੇਂ ਤੱਕ ਰਿਹਾ। ਅਖਬਾਰ ਲਿਖਦਾ ਹੈ ਕਿ ਇਸ ਜਨਨਕ ਮਿਸ਼ਰਣ ਦਾ ਅਚਾਨਕ 100 ਈਸਾ ਪੂਰਵ ਦੇ ਕਰੀਬ ਅੰਤ ਹੋ ਗਿਆ। ਇਸ ਸਬੰਧ ਚੋਂ ਜਾਣਨ ਵਿਗਿਆਨਕ ਅਧਿਐਨ ਬੜੇ ਸਟੀਕ ਢੰਗ ਨਾਲ ਸੰਕੇਤ ਕਰਦੇ ਹਨ ਤੇ ਟੋਨੀ ਜੋਸਫ ਦਾ ਕਹਿਣਾ ਹੈ ਕਿ ਲਗਭਗ ਪਹਿਲੀ ਸਦੀ ਈਸਵੀ ਚੋਂ ਇੱਕ ਨਵੀਂ ਵਿਚਾਰਧਾਰਾ ਸੱਤਾ ਹਾਸਲ ਕਰਨ ਲੱਗਦੀ ਹੈ, ਜਿਸ ਨਾਲ ਸਮਾਜ ਤੇ ਨਵੀਂ ਜੀਵਨ ਸ਼ੈਲੀ ਵਾਲੀਆਂ ਨਵੀਆਂ ਪਾਬੰਦੀਆਂ ਆਇਦ ਹੋਣ ਲੱਗਦੀਆਂ। ਜਨਨਕ ਸਬੂਤਾਂ ਅਨੁਸਾਰ ਇਸ ਸਮਾਜ ਇੰਜੀਨੀਅਰ ਨੂੰ ਇੰਨੀ ਸਫਲਤਾ ਮਿਲੀ ਜਿਸ ਦੀ ਪਹਿਲੀ ਕਿਤੇ ਮਿਸਾਲ ਨਹੀਂ ਮਿਲਦੀ। ਇਸ ਨਾਲ ਅੰਤਰ ਮਿਸ਼ਰਣ ਬੰਦ ਹੋ ਗਿਆ ਅਤੇ ਕਠੋਰ ਜਾਤੀ ਪ੍ਰਥਾ ਆਰੰਭ ਹੋ ਗਈ। 4 ਵਰਨਾਂ ਦਾ ਵਰਣਨ ਜੋ ਰਿਗ ਵੇਦ ਦੇ ਇੱਕ ਭਾਗ ਚੋਂ ਆਇਆ ਹੈ ਉਹ ਬਾਅਦ ਚੋਂ ਪਾਇਆ ਗਿਆ। ਜਾਤ ਨਾਲ ਸੰਬੰਧਿਤ ਵਿਸ਼ੇਸ਼ ਕਿੱਤੇ ਦਾ ਵਰਣਨ ਰਿਗ ਵੇਦ 'ਚ ਨਹੀਂ। ਪਹਿਲੀ ਸਦੀ ਈਸਾ ਪੂਰਵ ਚੋਂ ਮੌਰਿਆ ਸਾਮਰਾਜ ਦੇ ਨਿਗਾਰ ਦਾ ਕੀ ਇਸ ਵਿਚਾਰਧਾਰਾ ਨਾਲ ਕੋਈ ਸੰਬੰਧ ਬਣਦਾ ਹੈ? ਸਵਾਲ ਕਰਦਾ ਹੈ ਅਖਬਾਰ, ਕੀ ਮੌਰਿਆ ਸਾਮਰਾਜ ਦੀ ਹਾਰ ਨਾਲ ਬੁੱਧ ਮਤ ਦੇ ਸਮੇਂ ਦੇ ਦ੍ਰਿਸ਼ ਤੋਂ ਅਲੋਪ ਹੋ ਜਾਣਾ ਅਤੇ ਜੈਨ ਮਤ ਦੇ ਨਿਗਾਰ ਨਾਲ ਵੀ ਜੁੜਿਆ ਹੈ? ਇਹ ਵੀ ਸਵਾਲ ਹੈ। ਕੀ ਆਰਿਆਵਰਤੀ ਰੂੜੀਵਾਦੀ ਵਿਚਾਰਧਾਰਾ ਜੋ ਸਮਾਜਿਕ ਦਰਜਾਬੰਦੀ ਦੇ ਵਰਨ ਸੰਕਲਨ ਭਾਵ ਜਾਤ, ਨਸਲਾਂ ਅਤੇ ਵਰਗਾਂ ਦੇ ਮਿਸ਼ਰਣ ਦਾ ਵਿਰੋਧ ਕਰਦੀ ਸੀ, ਨੇ ਮਗਧ ਦੇ ਖੁੱਲ੍ਹੇ ਪ੍ਰਗਤੀਸ਼ੀਲ ਅਤੇ ਅਨੁਸ਼ਾਸਨ ਵਿਰੋਧੀ ਵਰਤਾਰੇ ਨੂੰ ਚੁਣੌਤੀ ਦਿੱਤੀ? ਇਹ ਵੀ ਸਵਾਲ ਹੈ। ਕੀ ਚੌਥੀ ਤੋਂ ਦੂਜੀ ਸਦੀ ਈਸਾ ਪੂਰਵ ਆਰਿਆਵਰਤ ਚੋਂ ਮੌਰਿਆ ਸਾਮਰਾਜ ਦੇ ਫੈਲਾਅ ਵੱਲੋਂ ਜਿਹੜੀਆਂ ਬਲੀਆਂ ਦੇਣ ਵਾਲੀ ਬ੍ਰਾਹਮਣੀ ਵਿਚਾਰਧਾਰਾ ਦੀ ਚਿਰਤ ਰਾਜ ਸੱਤਾ ਨਾਲ ਵਿਸ਼ੇਸ਼ ਸੰਬੰਧਾਂ ਨੂੰ ਚੁਣੌਤੀ ਦੇਣ ਕਾਰਨ ਕੀ ਆਰਿਆਵਰਤ ਦਾ ਜਾਤ ਪ੍ਰਥਾ ਕਾਇਮ ਕਰਨਾ ਇੱਕ ਤਰ੍ਹਾਂ ਦਾ ਜਵਾਬੀ ਹਮਲਾ ਸੀ? ਇਹ ਵੀ ਸਵਾਲ ਹੈ। ਕੀ ਇਸ ਨਾਲ ਉਹਨਾਂ ਦੇ ਆਪਣੇ ਪਵਿੱਤਰ ਹੋਣ ਦੇ ਆਦਰਸ਼ ਅਤੇ ਸਗੋਤੀ ਵਿਆਹ ਪ੍ਰਥਾ ਨੂੰ ਪੂਰਬੀ ਖੇਤਰ 'ਚੋਂ ਭਾਰੋਪੀ ਭਾਸ਼ਾਵਾਂ ਬੋਲਣ ਵਾਲੇ ਸਮੁੱਚੇ ਸਮਾਜ 'ਤੇ ਥੋਪ ਦਿੱਤਾ ਗਿਆ ਸੀ? ਇਹ ਵੀ ਅਗਲਾ ਸਵਾਲ ਦਾਗਦਾ ਹੈ। ਜੋਹਾਨਨ ਬਰੋਖੋਸਤ
ਅਨੁਸਾਰ ਇਸ ਉਪ ਮਹਾਦੀਪ 'ਚੋਂ ਜਾਤੀ ਪ੍ਰਥਾ ਦੀ ਸਥਾਪਨਾ ਤੇ ਆਰੀਆ ਲੋਕਾਂ ਦਾ ਆਗਮਨ ਇੱਕੋ ਸਮੇਂ ਵਾਪਰਨ ਵਾਲਾ ਸੁਦੇਸ਼ੀ ਵਰਤਾਰਾ ਨਹੀਂ। ਇਹ ਤਾਂ ਭਾਰਤੀ ਲੋਕਾਂ ਦੇ ਗੱਲ ਦੋ ਸੈਂਸਰਾਂ ਬਾਅਦ 'ਚੋਂ ਪਾਈ ਗਈ ਹੈ। ਜਦੋਂ ਤੱਕ ਇਹ ਵਾਪਰੀ ਵਿਭਿੰਨ ਪੱਧਰਾਂ ਦਾ ਅੰਤਰ ਮਿਸ਼ਰਣ ਪਹਿਲਾਂ ਹੀ ਹੋ ਚੁੱਕਾ ਸੀ। ਮੌਰਿਆ ਸਾਮਰਾਜ ਦੀ ਸਥਾਪਤੀ ਤੋਂ ਪਹਿਲਾਂ ਤੇ ਬਾਅਦ 'ਚੋਂ ਸ਼ਹਿਰੀਕਰਨ, ਨਵੇਂ ਧਰਮਾਂ ਦੇ ਉਦੈ, ਵਿਚਾਰਧਾਰਾਵਾਂ ਦਾ ਆਗਮਨ ਅਤੇ ਵਪਾਰੀ ਵਰਗ ਦੀ ਚੜ੍ਹਤ ਨੇ ਪੂਰਬੀ ਭਾਰਤ 'ਚੋਂ ਸੱਭਿਆਚਾਰ 'ਚੋਂ ਉਬਾਲ ਪੈਦਾ ਕੀਤਾ। ਇਸ ਦੇ ਵਿਚਾਰਾਂ ਦਾ ਪ੍ਰਭਾਵ ਜਾਤੀ ਪ੍ਰਥਾ ਦੇ ਸਥਾਪਨ ਤੋਂ ਬਹੁਤ ਪਹਿਲਾਂ ਫੈਲ ਚੁੱਕਾ ਸੀ। ਭਾਰਤੀ ਇਤਿਹਾਸ 'ਚ ਈਸਾ ਤੋਂ ਕੁਝ ਸਦੀਆਂ ਪੂਰਵ ਤੇ ਕੁਝ ਸਦੀਆਂ ਬਾਅਦ ਦਾ ਸਮਾਂ ਸਿਰਜਣਾਤਮਕ ਅਤੇ ਪ੍ਰਗਤਸ਼ੀਲ ਸੀ। ਉਪਨਿਸ਼ਦਾਂ ਦਾ ਲਿਖੇ ਜਾਣਾ ਬੁੱਧ ਅਤੇ ਜੈਨਮਤ ਦੇ ਰੂਪ 'ਚੋਂ ਨਵੇਂ ਦਰਸ਼ਨਾਂ ਦੀ ਹੋਂਦ ਚੋਂ ਆਉਣ ਨਾਲ ਨਵੇਂ ਵਿਚਾਰਾਂ, ਨਵੀਆਂ ਲੋਕ ਭਾਸ਼ਾਵਾਂ ਦਾ ਸੰਵਾਦ ਦਾ ਮਾਧਿਅਮ ਬਣਨਾ ਅਤੇ ਭਾਰਤੀ ਸੱਭਿਆਚਾਰਕ ਵਿਚਾਰਾਂ ਦੀ ਪੂਰਬੀ ਏਸ਼ੀਆ ਤੇ ਚੀਨ ਤੱਕ ਦੂਰ ਦਰਾਜ ਇਲਾਕਿਆਂ 'ਚ ਫੈਲਣਾ ਬੜਾ ਅਖਬਾਰ ਕਹਿੰਦਾ ਮਹੱਤਵਪੂਰਨ ਵਰਤਾਰਾ ਸੀ। ਇਸ ਦੌਰਾਨ ਪੂਰਬੀ ਤੇ ਦੱਖਣੀ ਭਾਰਤ 'ਚੋਂ ਬਹੁਤ ਸਾਰੇ ਸਮੁੰਦਰੋਂ ਪਾਰ ਜਾਣ ਦੇ ਹੀਲੇ ਹੋਏ। ਇਸ ਦੇ ਵਿਰੋਧ 'ਚੋਂ ਆਰੀਆਵਰਤ 'ਚੋਂ ਸਮੁੰਦਰ ਪਾਰ ਜਾਣ ਦੀਆਂ ਯਾਤਰਾਵਾਂ ਤੇ ਕਈ ਪਾਬੰਦੀਆਂ ਲੱਗੀਆਂ ਤਾਂ ਕਿ ਅੰਤਰ ਮਿਸ਼ਰਣ ਨਾ ਹੋ ਸਕੇ। ਨਵੀਆਂ ਸਮਾਜਿਕ ਦਰਜਾਬੰਦੀਆਂ ਕਾਰਨ ਵਿਭਿੰਨ ਸਮਾਜਿਕ ਸਮੂਹਾਂ ਦੇ ਮਿਸ਼ਰਣ ਨੂੰ ਰੋਕ ਦਿੱਤਾ ਗਿਆ। ਸੰਸਕ੍ਰਿਤ ਭਾਸ਼ਾ ਕੁਲੀਨ ਤੇ ਬ੍ਰਾਹਮਣੀ ਬੁੱਧੀਜੀਵੀਆਂ ਦੇ ਪ੍ਰਵਚਨ ਅਤੇ ਸੰਵਾਦ ਦਾ ਮਾਧਿਅਮ ਬਣ ਗਈ। ਦੂਜੀ ਸਦੀ 'ਚ ਸਮਾਜ ਤੇ ਥੋਪੀ ਗਈ ਸਮਾਜਿਕ ਸਰਚਨਾ ਨੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ ਤੇ ਟੋਨੀ ਜੋਸਫ ਦਾ ਅਖਬਾਰ ਕਹਿੰਦਾ ਕਹਿਣਾ ਹੈ ਕਿ ਆਰੀਆਵਰਤ ਅਤੇ ਮਗਧ ਦੇ ਕੁਲੀਨ ਵਰਗ ਦਰਮਿਆਨ ਵਿਚਾਰਧਾਰਕ ਟਕਰਾਅ ਮੁੱਕ ਗਿਆ। ਬੁੱਧ ਮਤ ਆਪਣੀ ਜਨਮ ਭੂਮੀ 'ਚੋਂ ਹਾਰ ਜਾਣ ਤੋਂ ਬਾਅਦ ਕਈ ਸਦੀਆਂ ਤੱਕ ਹੌਲੀ ਕਮਜ਼ੋਰ ਹੁੰਦਾ ਗਿਆ। ਪਹਿਲੀ ਸਦੀ 'ਚੋਂ ਜਾਤ ਪ੍ਰਥਾ ਦੇ ਪੂਰੀ ਤਰ੍ਹਾਂ ਸਥਾਪਿਤ ਹੋ ਜਾਣ ਤੋਂ ਬਾਅਦ ਅਜਿਹੇ ਟਕਰਾਅ 7ਵੀਂ ਸਦੀ ਤੱਕ ਚੱਲਦੇ ਰਹੇ। ਅਜਿਹਾ ਸਾਨੂੰ ਆਦਿ ਸ਼ੰਕਰਾਚਾਰਿਆ ਦੀਆਂ ਲਿਖਤਾਂ ਤੋਂ ਪਤਾ ਚੱਲਦਾ, ਜਿਸ ਨੇ ਬੁੱਧ ਅਤੇ ਜੈਨ ਮਤ ਨਾਲ ਸਿੱਧੀ ਟੱਕਰ ਲਈ ਸੀ। ਰੋਮਲਾ ਥਾਪਰ ਦਾ ਕਹਿਣਾ ਹੈ ਕਿ ਭਾਰਤੀ ਤਾਰਕਤਾ ਅਤੇ ਸੰਕਾਤਵਾਦ ਭਾਰਤੀ ਵਿਚਾਰ ਪਰੰਪਰਾ ਦਾ ਹਿੱਸਾ ਹੈ। ਇਹ ਸਿਰਫ 4 ਵਾਕਾਂ ਜਾਂ ਲੋਕਾਇਤਾਂ ਤੱਕ ਸੀਮਿਤ ਹੀ ਨਹੀਂ ਸੀ, ਬਲਕਿ ਇਹ ਪ੍ਰਵਿਰਤੀ ਬੁੱਧ ਤੇ ਜੈਨ ਮਤ 'ਚੋਂ ਵੀ ਦੇਖੇਗੀ। ਪ੍ਰਸ਼ਨ ਕਰਨ ਅਤੇ ਸਵਾਦ ਰਚਾਉਣ ਦੀ ਪਰੰਪਰਾ ਦੇ ਬੀਜ ਇਹਨਾਂ ਵਿਚਾਰਧਾਰਾਂ 'ਚੋਂ ਪਾਏ ਗਏ ਤੇ ਟੋਨੀ ਜੋਸਫ ਅਨੁਸਾਰ ਦੱਖਣ ਪੂਰਬੀ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਲੋਕਾਂ ਦੇ ਖਾਣ ਪਾਣ 'ਚੋਂ ਅੰਤਰ ਦਾ ਕਾਰਨ ਵੀ ਜਨਨ ਵਿਗਿਆਨਕ ਹੈ, ਜੋ ਜੀਨਸ ਲੜੀ ਤੋਂ ਸਪਸ਼ਟ ਹੋ ਜਾਂਦਾ ਹੈ। ਇਹ ਲੜੀ 7500 ਸਾਲ ਪਹਿਲਾਂ ਯੂਰਪ 'ਚੋਂ ਸ਼ੁਰੂ ਹੋਈ। ਇਹ ਜੀਨਸ ਮਨੁੱਖੀ ਦੇਹ ਨੂੰ ਦੁੱਧ ਦੇ ਉਪਭੋਗ ਨੂੰ ਬਚਪਨ ਤੇ ਬਾਲਗ ਉਮਰ 'ਚੋਂ ਵੱਧ ਸਵੀਕਾਰ ਕਰਦੇ ਹਨ। ਹੋਮੋ ਸਪੀਨਜ਼ ਨੇ ਇਹ ਯੋਗਤਾ ਉਦੋਂ ਹੀ ਵਿਕਸਿਤ ਕਰ ਲਈ ਜਦੋਂ ਉਹ ਪਸ਼ੂ ਪਾਲਣ ਕਰ ਰਿਹਾ ਸੀ। ਉੱਤਰ ਪੱਛਮੀ ਭਾਰਤੀ ਉੱਤਰ ਪੂਰਬੀ ਭਾਰਤ ਨਾਲੋਂ ਦੁੱਧ ਦੀ ਮੱਧ ਜਿਹੜੀ ਹੈ ਉਹ ਵੱਧ ਵਰਤੋਂ ਕਰਦੇ ਹਨ। ਦੂਜੇ ਪਾਸੇ ਦੱਖਣੀ ਤੇ ਪੂਰਬੀ ਭਾਰਤ ਦੇ ਵਾਸੀ ਆਪਣੇ ਜੀਵਕ ਕਾਰਨਾਂ ਕਰਕੇ ਮੀਟ ਮੱਛੀ ਦਾ ਜ਼ਿਆਦਾ ਸੇਵਨ ਕਰਦੇ ਹਨ। ਤੇ ਟੋਨੀ ਜੋਸਫ ਅੱਗੇ ਲਿਖਦਾ ਹੈ ਕਿ ਹੁਣ ਤੱਕ ਇਹੋ ਹੀ ਸਮਝਿਆ ਜਾਂਦਾ ਰਿਹਾ ਹੈ ਕਿ ਸਾਡਾ ਇਤਿਹਾਸ ਤਕਰੀਬਨ 4500 ਵਰ੍ਹੇ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਹੜੱਪਾ ਸਭਿਅਤਾ ਆਪਣੇ ਪੜੋੜ ਪੜਾਅ ਤੇ ਪਹੁੰਚੀ, ਜਾਂ ਸ਼ਾਇਦ ਉਦੋਂ ਜਦੋਂ ਕਈ ਸਦੀਆਂ ਬਾਅਦ ਵੇਦ ਰਚੇ ਗਏ। ਪਰ DNA ਦੀ ਖੋਜ ਨੇ ਪੂਰਵ ਇਤਿਹਾਸ ਬਾਰੇ ਸਾਰੇ ਕਿਆਸ ਗਲਤ ਸਾਬਤ ਕਰ ਦਿੱਤੇ। ਜਦੋਂ ਹੁਣ ਪੂਰੇ ਯੂਰੇਸ਼ੀਆ 'ਚੋਂ ਪੂਰਵ ਇਤਿਹਾਸ ਬਾਰੇ DNA ਪ੍ਰਾਪਤ ਅਤੇ ਭਾਸ਼ਿਕ ਸਰੋਤਾਂ ਆਧਾਰਿਤ ਖੋਜ ਵਿਕਸਿਤ ਹੋ ਰਹੀ ਹੈ, ਤਾਂ ਹੁਣ ਸਮਾਂ ਆ ਗਿਆ ਹੈ ਕਿ ਇਤਿਹਾਸ ਨੂੰ ਮੁੜ ਲਿਖਿਆ ਜਾਵੇ। ਇਹ ਕੋਈ ਔਖਾ ਕਾਰਜ ਨਹੀਂ, ਕਿਉਂਕਿ ਇਸ ਨਾਲ ਸਾਡੀ ਸਭਿਅਤਾ 'ਚੋਂ ਜੁੜਾਵ ਹੀ ਹੋਇਆ ਹੈ, ਘਟਾਓ ਨਹੀਂ। ਅਸੀਂ ਆਪਣੇ ਆਪ ਨੂੰ ਉਸ ਬਹੁਸਰੋਤੀ ਸਭਿਅਤਾ ਵੱਲੋਂ ਪਰਿਭਾਸ਼ਿਤ ਕਰ ਸਕਦੇ ਹਾਂ। ਇਹ ਆਪਣੀਆਂ ਸੱਭਿਆਚਾਰਕ ਮਨੋਵੇਗੀ ਤਰੰਗਾਂ, ਪਰੰਪਰਾਵਾਂ ਅਤੇ ਇਹਨਾਂ ਦੇ ਵਿਵਹਾਰ ਕਈ ਪ੍ਰਕਾਰ ਦੀਆਂ ਵਿਰਾਸਤਾਂ ਅਤੇ ਪ੍ਰਵਾਸੀ ਇਤਿਹਾਸਾਂ 'ਚੋਂ ਗ੍ਰਹਿਣ ਕਰਦੀ ਹੈ। ਤੇ ਅਖਬਾਰ ਲਿਖਦਾ ਹੈ ਕਿ 65,000 ਸਾਲ ਪਹਿਲਾਂ ਅਫਰੀਕਾ ਤੋਂ ਬਾਹਰ ਆਏ ਨਿਡਰ ਤੇ ਖੋਜੀ ਪ੍ਰਵਾਸੀਆਂ ਨੇ ਭਾਰਤੀ ਉਪ ਮਹਾਦੀਪ ਦੀ ਧਰਤ ਤੇ ਪੈਰ ਰੱਖਿਆ। ਅੱਜ ਸਾਡੀ ਬਹੁਤੀ ਆਬਾਦੀ ਵੀ ਬੰਸਾਂ ਵਾਲੀ ਇਹਨਾਂ ਪ੍ਰਵਾਸੀਆਂ ਦੇ ਜਨਨ ਵਿਗਿਆਨ ਅੰਸ਼ਾਂ ਨਾਲ ਜੁੜੀ ਹੋਈ ਹੈ, ਜਿਹੜੇ ਪੱਛਮੀ ਏਸ਼ੀਆ ਦੇ ਈਰਾਨ ਤੇ ਜਗਰੋਸ਼ ਖੇਤਰ ਤੋਂ ਖੇਤੀ ਨਿਰਭਰ ਲੋਕਾਂ ਤੇ ਭਾਰਤ ਆ ਕੇ ਖੇਤੀ ਕੀਤੀ। ਇਨਕਲਾਬ ਆਰੰਭਿਆ, ਜਿਸ ਕਾਰਨ ਹੜੱਪਾ ਸਭਿਅਤਾ ਉਸਰੀ।
ਇਹੋ ਸੱਭਿਅਤਾ ਬਾਅਦ 'ਚ ਨਵੇਂ ਵਿਵਹਾਰਾਂ, ਸੰਕਲਪਾਂ ਅਤੇ ਦਰਾਵੜੀ ਭਾਸ਼ਾ 'ਚੋਂ ਕੁਠਾਲੀ ਬਣੀ। ਇਹ ਅੱਜ ਵੀ ਸਾਡੇ ਸੱਭਿਆਚਾਰ ਨੂੰ ਅਮੀਰ ਕਰ ਰਹੀ ਹੈ। ਜਿਹੜੇ ਲੋਕ ਪੂਰਬੀ ਏਸ਼ੀਆ ਤੋਂ ਆਏ ਉਹ ਆਪਣੇ ਨਾਲ ਨਵੀਆਂ ਭਾਸ਼ਾਵਾਂ, ਪੌਦੇ ਭਾਵ ਦਰਖਤ, ਬਨਸਪਤੀ ਅਤੇ ਖੇਤੀ ਤਕਨੀਕਾਂ ਲਿਆਏ। ਮੱਧ ਏਸ਼ੀਆ ਤੋਂ ਆਏ ਪ੍ਰਵਾਸੀ ਆਪਣੇ ਨਾਲ ਉਹ ਭਾਸ਼ਾ ਦਾ ਮੁੱਢਲਾ ਰੂਪ ਲੈ ਕੇ ਆਏ ਜਿਸ ਨੇ ਬਾਅਦ 'ਚ ਸੰਸਕ੍ਰਿਤ ਭਾਸ਼ਾ ਦੇ ਰੂਪ 'ਚ ਸਥਾਪਿਤ ਹੋਣਾ ਸੀ। ਇਸ ਤੋਂ ਬਹੁਤ ਮਗਰੋਂ ਸ਼ਰਨ ਲੈਣ ਲਈ, ਵਪਾਰਕ ਕਰਨ ਲਈ ਜਾਂ ਹਮਲਾਵਰ ਬਣ ਕੇ ਆਏ ਪ੍ਰਵਾਸੀ ਇੱਥੋਂ ਦੇ ਹੀ ਹੋ ਕੇ ਇੱਥੋਂ ਦੇ ਵਿੱਚ ਰਸ ਮਸ ਗਏ। ਇਹਨਾਂ ਸਾਰਿਆਂ ਨੇ ਭਾਰਤੀ ਸੱਭਿਅਤਾ ਅਤੇ ਸਮਾਜ ਦੇ ਨਿਰਮਾਣ 'ਚੋਂ ਅਖਬਾਰ ਆਖਰੀ ਲਾਈਨਾਂ ਦੇ ਵਿੱਚ ਲਿਖਦਾ ਹੈ ਕਿ ਯੋਗਦਾਨ ਪਾਇਆ। ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਸਾਰੇ ਭਾਰਤੀ ਹਾਂ ਅਤੇ ਅਸੀਂ ਸਾਰੇ ਪ੍ਰਵਾਸੀ ਹਾਂ। ਮਨਮੋਹਨ ਹੋਣਾ ਦਾ ਲਿਖਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਹੋਇਆ ਇਹ ਆਰਟੀਕਲ ਅਖਬਾਰਾਂ ਬੋਲਦੀਆਂ ਸੈਗਮੈਂਟ ਦੇ ਅਧੀਨ ਤੁਸੀਂ ਸੁਣਿਆ ਹੈ।